ਜੇਤਾ ਜਿਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਬਖਿਆਨ। ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਮਹੱਲਾ ਤੀਜਾ। ਬਬੀਹਾ ਭਿੰਨੀ ਰੈਣ ਬੋਲਿਆ, ਸਹਜੇ ਸੱਚ ਸੁਭਾਏ। ਇਹ ਜਲ ਮੇਰਾ ਜੀਉ ਹੈ, ਜਲ ਬਿਨ ਰਹਿਣ ਨਾ ਜਾਏ। ਬਬੀਹਾ ਭਿੰਨੀ ਰੈਣ ਬੋਲਿਆ, ਸਹਜੇ ਸੱਚ ਸੁਭਾਏ। ਇਹ ਜਲ ਮੇਰਾ ਜੀਉ ਹੈ, ਜਲ ਬਿਨ ਰਹਿਣ ਨਾ ਜਾਏ। ਗੁਰ ਸ਼ਬਦੀ ਜਲ ਪਾਈਆ, ਵਿੱਚੋਂ ਆਪ ਗਵਾਏ। ਨਾਨਕ ਜਿਸ ਬਿਨ ਚਸਾ ਨਾ ਜੀਵਦੀ, ਸੋ ਸਤਿਗੁਰ ਦੀਆ ਮਿਲਾਏ। ਗੁਰ ਸ਼ਬਦੀ ਜਲ ਪਾਈਆ, ਵਿੱਚੋਂ ਆਪ ਗਵਾਏ। ਨਾਨਕ ਜਿਸ ਬਿਨ ਚਸਾ ਨਾ ਜੀਵਦੀ, ਸੋ ਸਤਿਗੁਰ ਦੀਆ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਮਤ ਬਖਸ਼ਿਸ਼ ਹੋਈ ਹੈ। ਸ਼ਾਮ ਦੇ ਸਜੇ ਹੋਏ ਸੁੰਦਰ ਦੀਵਾਨਾਂ ਦੀਆਂ ਆਪ ਜੀਆਂ ਨੇ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦੇ ਪਾਠ ਸੁਣੇ, ਗੁਰਬਾਣੀ ਕੀਰਤਨ ਸਰਵਣ ਕੀਤਾ ਹੈ। ਆਓ ਇਸੇ ਤਰ੍ਹਾਂ ਮਨ ਦਾ ਟਿਕਾਓ ਤੇ ਇਕਾਗਰਤਾ ਆਪ ਜੀਆਂ ਨੇ ਬਣਾ ਕੇ ਰੱਖਣੀ, ਤਾਂ ਕਿ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਆਪ ਮਤ ਬੁੱਧ ਬਖਸ਼ਿਸ਼ ਕਰਕੇ ਸ਼ਬਦ ਦੀ ਵਿਚਾਰ ਕਰਵਾ ਲੈਣ। ਕਰੋ ਕਿਰਪਾ ਸਾਧ ਸੰਗਤ, ਮਨ ਦਾ ਟਿਕਾਓ ਤੇ ਇਕਾਗਰਤਾ ਦੀ ਦਾਤ ਪ੍ਰਾਪਤ ਹੋਵੇ। ਸਾਰੀ ਸੰਗਤ ਉਚਾਰਨ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਕਿਰਪਾ। ਸਤਨਾਮ ਸ਼੍ਰੀ ਵਾਹਿਗੁਰੂ ਜੀ।
ਧੰਨ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਅੱਜ ਦਾ ਜੋ ਪਾਵਨ ਪਵਿੱਤਰ ਸ਼ਬਦ ਆਪ ਜੀਆਂ ਨੇ ਸਰਵਣ ਕੀਤਾ ਹੈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚੋਂ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ, ਜੀਵ ਰੂਪੀ ਪਪੀਹਾ ਜਦੋਂ ਅੰਮ੍ਰਿਤ ਵੇਲੇ ਬੋਲਦਾ ਹੈ ਤੇ ਇਸ ਦੀ ਪੁਕਾਰ ਪ੍ਰਭੂ ਦੇ ਦਰਬਾਰ ਵਿੱਚ ਪਹੁੰਚਦੀ ਹੈ, ਕਿਉਂਕਿ ਇਹ ਪਪੀਹਾ ਇਹ ਕਹਿੰਦਾ ਹੈ ਕਿ ਜਲ ਤੋਂ ਬਿਨਾਂ ਮੇਰੀ ਪਿਆਸ ਨਹੀਂ ਮਿਟ ਸਕਦੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਜ ਦੇ ਸ਼ਬਦ ਵਿੱਚ ਅੰਮ੍ਰਿਤ ਵੇਲਾ ਤੇ ਪ੍ਰਭੂ ਦੇ ਦਰ ਦੇ ਉੱਤੇ ਪੁਕਾਰ ਕਰਕੇ ਉਹਦੇ ਕੋਲੋਂ ਨਾਮ ਜਲ ਮੰਗਣਾ, ਅੱਜ ਦੇ ਸ਼ਬਦ ਦਾ ਸਮੁੱਚਾ ਭਾਵ ਇਹ ਹੈ। ਆਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੁਣ ਅਸੀਂ ਇਸ ਦੀ ਵਿਚਾਰ ਕਰੀਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਪਾਵਨ ਪਵਿੱਤਰ ਬਾਣੀ ਦੇ ਵਿੱਚ ਅੰਮ੍ਰਿਤ ਵੇਲੇ ਦੀ ਬੜੀ ਵੱਡੀ ਮਹੱਤਤਾ ਦੱਸੀ ਹੈ। ਇੱਕ ਸ਼ਬਦ ਤਾਂ ਆਪ ਸਾਰੀ ਸੰਗਤ ਨੂੰ ਯਾਦ ਹੈ, ਕਿਉਂਕਿ ਜਪਜੀ ਸਾਹਿਬ ਦਾ ਪਾਠ ਹਰੇਕ ਸਿੱਖ ਕਰਦਾ ਹੈ, ਜੇ ਕਰਦਾ ਨਹੀਂ ਤੇ ਸੁਣਦਾ ਜ਼ਰੂਰ ਹੈ। ਤੇ ਜਪਜੀ ਸਾਹਿਬ ਦੀ ਦੂਜੀ ਪੌੜੀ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਦੀ ਵਿਆਖਿਆ ਕੀਤੀ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਉਸ ਦੂਸਰੀ ਪੌੜੀ ਵਿੱਚ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਉ ਅਪਾਰ, ਆਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਇੱਥੇ ਕਹਿ ਲਓ ਕਿ ਪ੍ਰਸ਼ਨ ਹੈ ਕਿ ਕੀ ਮੂੰਹ ਤੋਂ ਬੋਲੀਏ, ਕੀ ਉਚਾਰਨ ਕਰੀਏ, ਕਿਹੜੀ ਭੇਟਾ ਰੱਖੀਏ ਪ੍ਰਭੂ ਤੇਰਾ ਦਰਬਾਰ ਦਿਸ ਪਵੇ, ਤੇਰਾ ਘਰ ਦਿਸ ਪਵੇ, ਤੇਰੇ ਘਰ 'ਚੋਂ ਰਹਿਮਤ ਮਿਲ ਜਾਏ। ਉਹ ਕੀ ਸਾਨੂੰ ਯਤਨ ਕੀ ਕਰਨਾ ਚਾਹੀਦਾ। ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਫਿਰ ਆਪ ਹੀ ਕਿਰਪਾ ਕਰਦੇ ਨੇ, ਕਹਿੰਦੇ ਇੱਕ ਢੰਗ ਹੈ, ਇੱਕ ਤਰੀਕਾ ਹੈ, ਇੱਕ ਜੁਗਤ ਹੈ। ਉਹ ਕਿਹੜੀ ਮਹਾਰਾਜ? ਕਹਿੰਦੇ ਨੇ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਭਈ ਇੱਕ ਟਾਈਮ ਹੈ ਅੰਮ੍ਰਿਤ ਵੇਲਾ, ਜੇ ਉਸ ਮਾਲਕ ਦੀ ਵਡਿਆਈ ਕੀਤੀ ਜਾਵੇ। ਵੇਖੋ ਅਸੀਂ ਦੁਨਿਆਵੀ ਤੌਰ ਤੇ ਜੇ ਦੇਖੀਏ ਤੇ ਹਰ ਕੰਮ ਵਾਸਤੇ ਸਮਾਂ ਤੇ ਹੈ ਹੀ ਨਾ। ਸਮਾਂ ਨਿਯਤ ਕੀਤਾ ਹੁੰਦਾ ਬੰਦੇ ਨੇ, ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਅਸੀਂ ਸਾਰਾ ਸਮਾਂ ਨਿਯਤ ਕੀਤਾ ਹੁੰਦਾ ਹੈ ਵੀ ਇਸ ਵੇਲੇ ਮੈਂ ਕੀ ਕਰਨਾ, ਇਸ ਵੇਲੇ ਮੈਂ ਕੀ ਕਰਨਾ। ਇਉਂ ਕਹਿ ਲਓ ਜ਼ਿੰਦਗੀ ਦਾ ਸਮਾਂ ਵੀ ਨਿਯਤ ਹੈ। ਬਚਪਨ ਵਿੱਚ ਬੰਦਾ ਵਿਦਿਆ ਲੈਂਦਾ ਹੈ, ਜਵਾਨੀ ਵਿੱਚ ਬੰਦਾ ਪਰਿਵਾਰ ਗ੍ਰਸਥ ਸੰਭਾਲਦਾ ਹੈ, ਤੇ ਬੁਢੇਪੇ ਦੇ ਵਿੱਚ ਮਨੁੱਖ ਫਿਰ ਅਗਵਾਈ ਕਰਦਾ ਹੈ ਪਰਿਵਾਰ ਦੀ, ਕਹਿ ਲਓ ਜੇ ਜ਼ਿਆਦੀ ਕਿਰਪਾ ਹੋਵੇ ਤੇ ਸਮਾਜ ਦੀ, ਕਹਿ ਲਓ ਜੇ ਹੋਰ ਵੀ ਮਾਲਕ ਦੀ ਕਿਰਪਾ ਹੋਵੇ ਧਾਰਮਿਕ ਤੌਰ ਤੇ, ਕਹਿ ਲਓ। ਮਨੁੱਖ ਦਾ ਜਿਵੇਂ ਜ਼ਿੰਦਗੀ ਦਾ ਸਮਾਂ ਵੀ ਨਿਯਤ ਕੀਤਾ ਹੈ ਕਿ ਬਚਪਨੇ ਦੇ ਵਿੱਚ ਮਨੁੱਖ ਪਹਿਲੀ ਅਵਸਥਾ ਦੇ ਵਿੱਚ ਵਿਦਿਆ ਹਾਸਲ ਕਰਦਾ ਹੈ, ਉਸ ਤੋਂ ਬਾਅਦ ਜ਼ਿੰਮੇਵਾਰੀਆਂ ਨੂੰ ਸੰਭਾਲਦਾ ਹੈ, ਉਸ ਤੋਂ ਬਾਅਦ ਫਿਰ ਮਨੁੱਖ ਸਾਰੇ ਪਰਿਵਾਰ ਦੀ ਸੰਭਾਲ ਕਰਦਾ, ਉਹਦੀ ਜ਼ਿੰਮੇਵਾਰੀ ਨੂੰ ਦੇਖਦਾ ਹੈ। ਇਸੇ ਤਰ੍ਹਾਂ ਮਨੁੱਖ ਨੇ ਆਪਣੇ ਦੁਨਿਆਵੀ ਕੰਮਾਂ ਵਾਸਤੇ ਸਮਾਂ ਨਿਯਤ ਕੀਤਾ ਹੁੰਦਾ ਹੈ। ਇਹ ਸਮਾਂ ਮੇਰਾ ਖਾਣਾ ਖਾਣ ਦਾ, ਇਹ ਸਮਾਂ ਮੇਰਾ ਡਿਊਟੀ ਕਰਨ ਦਾ ਹੈ, ਇੰਨਾ ਸਮਾਂ ਮੇਰਾ ਪੜ੍ਹਨ ਦਾ ਹੈ। ਹਰ ਬੰਦੇ ਨੇ ਆਪਣਾ ਸਮਾਂ ਨਿਯਤ ਕੀਤਾ ਹੁੰਦਾ। ਵੇਖੋ ਰੱਬ ਨੇ ਵੀ ਕੁਝ ਨਿਯਮ ਬਣਾਏ ਨੇ। ਰੱਬ ਨੇ ਰਾਤ ਬਣਾਈ ਹੈ ਆਰਾਮ ਕਰਨ ਵਾਸਤੇ, ਦਿਨ ਬਣਾਇਆ ਕੰਮ ਕਰਨ ਵਾਸਤੇ। ਵੱਖਰੀ ਗੱਲ ਹੈ ਬੰਦਾ ਆਪਣੀ ਮਿਹਨਤ ਕਰੇ ਤੇ ਕਈ ਵਾਰ ਬੰਦੇ ਰਾਤ ਵੀ ਕੰਮ ਕਰਦੇ ਰਹਿੰਦੇ, ਇੱਕ ਅਲੱਗ ਗੱਲ ਹੈ। ਪਰ ਜਿਹੜੀ ਮੈਂ ਬੇਨਤੀ ਕਰ ਰਿਹਾ ਗੁਰਮੁਖੋ, ਸਿਰਫ ਤੇ ਸਿਰਫ ਮਨੁੱਖ ਨੇ ਇੱਕ ਹੀ ਟਾਈਮ ਟੇਬਲ ਨਹੀਂ ਬਣਾਇਆ, ਬਾਕੀ ਸਾਰੇ ਬਣਾਏ ਨੇ। ਉਹ ਹੈ ਪ੍ਰਭੂ ਪਰਮਾਤਮਾ ਦੀ ਵਡਿਆਈ ਦਾ ਕੋਈ ਸਮਾਂ ਨਹੀਂ ਬਣਾਇਆ, ਉਹ ਟਾਈਮ ਟੇਬਲ ਕੋਈ ਨਹੀਂ ਬਣਾਇਆ ਬੰਦੇ ਨੇ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਸ਼ਬਦ ਮੇਰੇ ਸਾਹਿਬ ਕਹਿੰਦੇ ਨੇ, ਮੈਂ ਤਾਂ ਸਿੱਖ ਨੂੰ ਸਾਰਾ ਟਾਈਮ ਟੇਬਲ ਬਣਾ ਦਿੱਤਾ ਹੈ, ਜੇ ਇਸ ਮੁਤਾਬਕ ਉਹ ਆਪਣੀ ਜ਼ਿੰਦਗੀ ਜਿਉਣਾ ਚਾਹੁੰਦਾ ਹੈ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਆਪਣੇ ਆਪ ਨੂੰ ਉਹ ਸਿੱਖ ਅਖਵਾ ਸਕਦਾ ਹੈ। ਸ਼ਬਦ ਹੈ ਗੁਰੂ ਰਾਮਦਾਸ ਮਹਾਰਾਜ ਜੀ ਦਾ, ਗੁਰ ਸਤਿਗੁਰ ਕਾਜੋ ਸਿੱਖ ਅਖਾਏ। ਜਿਹੜਾ ਵੀ ਇਹ ਕਹਿੰਦਾ ਮੈਂ ਗੁਰੂ ਦਾ ਸਿੱਖ ਹਾਂ, ਤੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਕੇਵਲ ਅਖਵਾਏ ਹੀ ਨਹੀਂ, ਉਹਨੂੰ ਫਿਰ ਆਹ ਟਾਈਮ ਟੇਬਲ ਦੇ ਮੁਤਾਬਕ ਜ਼ਿੰਦਗੀ ਵੀ ਜੀਣੀ ਪਵੇਗੀ। ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ, ਉਦਮ ਕਰੈ ਭਲਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤਸਰ ਨਹਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲੈ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਮੇਰੇ ਸਾਹਿਬ ਜੀ ਕਹਿੰਦੇ ਅੰਮ੍ਰਿਤ ਵੇਲੇ ਸਿੱਖ ਉੱਠੇ, ਉਸ ਪ੍ਰਭੂ ਦੀ ਵਡਿਆਈ ਕਰੇ, ਫਿਰ ਦਿਨ ਚੜ੍ਹੇ
ਉਹ ਧਰਮਸ਼ਾਲ ਗੁਰਦੁਆਰੇ ਵਿੱਚ ਜਾਵੇ, ਗੁਰੂ ਦੇ ਦਰਸ਼ਨ ਕਰੇ, ਨਮਸਕਾਰ ਕਰੇ, ਉੱਥੇ ਹਾਜ਼ਰੀ ਭਰਨ ਤੋਂ ਬਾਅਦ ਆਪਣੇ ਕਾਰੋਬਾਰ ਵਿੱਚ ਜੁਟ ਜਾਵੇ ਤੇ ਕਾਰੋਬਾਰ ਕਰਦਿਆਂ ਹੋਇਆਂ ਵੀ ਪ੍ਰਭੂ ਨੂੰ ਯਾਦ ਰੱਖੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਹੋਰ ਵੀ ਅੰਮ੍ਰਿਤ ਵੇਲੇ ਦੇ ਬੜੇ ਪ੍ਰਮਾਣ ਨੇ। ਸਭ ਕਹਿੰਦੇ ਚਾਲ ਹੰਗੈ ਉੱਠ ਨਾਮ ਜਪ ਨਿਸ ਬਾਸਰ ਆਰਾਧ, ਐ ਜੀਵ ਜੇ ਤੂੰ ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦੀ ਵਡਿਆਈ ਕਰੇਗਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਅਸੀਂ ਦਾਅਵੇ ਨਾਲ ਕਹਿ ਦੇਵਾਂਗੇ, ਜੇ ਕੋਈ ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦੀਆਂ ਵਡਿਆਈਆਂ ਤੇ ਸਿਫਤਾਂ ਕਰਦਾ ਹੈ, ਉਹਦੀ ਜ਼ਿੰਦਗੀ ਦੇ ਵਿੱਚ ਕੋਈ ਚਿੰਤਾ ਝੋਰਾ ਮੇਰਾ ਗੁਰੂ ਨਹੀਂ ਰਹਿਣ ਦੇਗਾ। ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ, ਚਾਲਾਂਗੈ ਉਠ ਨਾਮ ਜਪ ਨਿਸ ਬਾਸਰ ਆਰਾਧ, ਕਾਰਾ ਤੁਝੇ ਨਾ ਵਿਆਪਈ ਨਾਨਕ ਮਿਟੇ ਉਪਾਦ। ਕਹਿਣ ਲੱਗੇ ਤੇਰੇ ਆਦ ਵਿਆਦ ਉਪਾਦ ਵੀ ਮਿਟ ਜਾਣਗੇ ਜੇ ਤੂੰ ਅੰਮ੍ਰਿਤ ਵੇਲੇ ਦੀ ਸੰਭਾਲ ਕਰ ਲੈ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪੁੱਛੋ, ਮਹਾਰਾਜ ਜਿਵੇਂ ਬੰਦਾ ਆਪਣੀ ਦੁਨਿਆਵੀ ਤੌਰ ਤੇ ਖੇਤੀ ਦਾ ਕੰਮ ਕਰਨ ਵਾਲਾ, ਉਹਨੂੰ ਪਤਾ ਹੁੰਦਾ ਹੈ ਕਿ ਕਿਹੜੇ ਟਾਈਮ ਤੇ ਮੈਂ ਕਿਹੜਾ ਬੀਜ ਪਾਉਣਾ ਹੈ। ਸਤਿਗੁਰੂ ਮਹਾਰਾਜ ਜੀ ਕੀ ਸਾਨੂੰ ਵੀ ਤੁਸੀਂ ਕੋਈ ਜ਼ਿੰਦਗੀ ਦੇ ਵਿੱਚ ਨਾਮ ਦਾ ਬੀਜ ਪਾਉਣ ਦਾ ਸਮਾਂ ਦਿੰਦੇ ਹੋ? ਤੇ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜਿਵੇਂ ਜ਼ਿਮੀਂਦਾਰ ਨੂੰ ਪਤਾ ਹੁੰਦਾ ਹੈ ਜਦੋਂ ਫਸਲ ਵੱਤਰ ਹੋਵੇ ਉਸ ਵੇਲੇ ਵੱਤਰ ਆਈ ਪੈਲੀ ਦੇ ਵਿੱਚ ਬੀਜ ਪਾਇਆ ਜਾਂਦਾ ਤਾਂ ਕਿ ਉਹ ਪੁੰਗਰ ਪੈਂਦਾ ਹੈ, ਜੇ ਵੱਤਰ ਹੀ ਨਾ ਹੋਵੇ ਤੇ ਕਾਹਦਾ ਬੀਜ ਪਾਉਣਾ ਹੈ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ। ਅੰਮ੍ਰਿਤ ਵੇਲੇ ਵੱਤ ਦਾ ਮਤਲਬ ਅੰਮ੍ਰਿਤ ਵੇਲਾ ਇੱਕ ਵੱਤਰ ਹੈ, ਸਮਾਂ ਹੈ। ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹਿ ਨਿਖੁਟੈ ਨਾਹੀ। ਕਹਿੰਦੇ ਉਸ ਵੇਲੇ ਰੱਬ ਦੇ ਪਿਆਰੇ ਇਸ ਧਨ ਨੂੰ ਇਕੱਤਰ ਕਰ ਲੈਂਦੇ ਨੇ। ਸਤਿਗੁਰੂ ਦੀ ਬਾਣੀ ਨੇ ਸਾਨੂੰ ਤੇ ਪੰਛੀਆਂ ਤੋਂ ਵੀ ਸਿੱਖਿਆ ਲੈਣ ਵਾਸਤੇ ਕਹਿ ਦਿੱਤਾ। ਸਤਿਗੁਰੂ ਕਹਿੰਦੇ ਚਿੜੀ ਚੁੱਕੀ ਪਹੁ ਫੁੱਟੀ। ਵੇਖੋ ਹੁਣ ਚਿੜੀਆਂ ਤੇ ਅਲਾਰਮ ਨਹੀਂ ਨਾ ਲਾ ਕੇ ਬਹਿੰਦੀਆਂ, ਜਾਂ ਕੋਈ ਚਿੜੀਆਂ ਨੂੰ ਉਠਾਉਣ ਵਾਲਾ ਕੋਈ ਹੈ? ਅੱਜ ਤੱਕ ਕਿਸੇ ਨੇ ਪ੍ਰਬੰਧ ਕੀਤਾ ਹੈ ਵੀ ਮੈਂ ਜਾਨਵਰਾਂ ਨੂੰ ਉਠਾਉਣਾ ਹੈ? ਨਾ ਕੋਈ ਅਲਾਰਮ ਉਹਨਾਂ ਵਾਸਤੇ ਹੈ, ਨਾ ਕੋਈ ਉਠਾਉਣ ਦਾ ਪ੍ਰਬੰਧ ਹੈ ਉਹਨਾਂ ਵਾਸਤੇ। ਬੰਦੇ ਦੇ ਕੋਲ ਹੀ ਸਾਰੇ ਪ੍ਰਬੰਧ ਨੇ। ਬੰਦਾ ਅਲਾਰਮ ਲਾ ਕੇ ਸੌਂਦਾ ਹੈ ਤੇ ਕਈ ਵਾਰ ਪਤਾ ਕੀ ਹੁੰਦਾ, ਅਲਾਰਮ ਵੱਜ ਪੈਂਦਾ ਤੇ ਬੰਦਾ ਢੀਠ ਹੋ ਜਾਂਦਾ। ਵੇਖੋ ਉਹ ਵੀ ਆਪਣੀ ਡਿਊਟੀ ਨਿਭਾ ਦਿੰਦਾ। ਅਲਾਰਮ ਵੱਜ ਪੈਂਦਾ ਹੈ, ਉਹ ਬੰਦੇ ਨੂੰ ਜਗਾ ਦਿੰਦਾ ਹੈ, ਪਰ ਫਿਰ ਵੀ ਬੰਦਾ ਢੀਠ ਹੋ ਜਾਂਦਾ ਹੈ। ਅਲਾਰਮ ਨੂੰ ਬੰਦ ਕਰ ਲੈਂਦਾ। ਮੁੜ ਕੇ ਜਦੋਂ ਦਿਨ ਚੜ੍ਹਦਾ ਫਿਰ ਕਹਿੰਦਾ ਕਮਾਲ ਹੋ ਗਈ, ਉੱਠਿਆ ਹੀ ਨਹੀਂ ਗਿਆ। ਤੇ ਫਿਰ ਉਹਨੂੰ ਪੁੱਛੋ ਵੀ ਉੱਠਿਆ ਕਿਉਂ ਨਹੀਂ ਗਿਆ? ਅਲਾਰਮ ਨਹੀਂ ਵੱਜਿਆ। ਕਹਿੰਦਾ ਨਹੀਂ ਅਲਾਰਮ ਤਾਂ ਵੱਜ ਗਿਆ ਸੀ। ਫਿਰ ਪੁੱਛੋ ਵੀ ਉਹਨੇ ਤਾਂ ਆਪਣੀ ਡਿਊਟੀ ਪੂਰੀ ਕਰ ਦਿੱਤੀ, ਤੂੰ ਹੀ ਆਪਣੀ ਡਿਊਟੀ ਪੂਰੀ ਨਹੀਂ ਕੀਤੀ। ਮੈਂ ਕਈ ਵਾਰ ਇਸ ਗੱਲ ਨੂੰ ਕਿਉਂ ਵੀ ਲੈਣਾ ਹੁੰਦਾ ਕਿ ਜਿਸ ਬੰਦੇ ਨੂੰ ਜਿਹੜੀ ਚੀਜ਼ ਦੀ ਕਦਰ ਹੋਵੇ ਨਾ, ਅਸਲ ਵਿੱਚ ਗੱਲ ਤਾਂ ਹੀ ਬਣਦੀ ਹੈ। ਜੇ ਕਦਰ ਨਾ ਹੋਵੇ ਤੇ ਖਿਮਾ ਕਰਿਓ, ਜੇ ਜ਼ਿੰਦਗੀ ਦੀ ਜੇ ਸਰੀਰ ਦੀ ਕਦਰ ਕੋਈ ਨਹੀਂ ਬੰਦੇ ਨੂੰ, ਤੇ ਬੰਦਾ ਇਸ ਸਰੀਰ ਬਾਰੇ ਵੀ ਇੰਨਾ ਧਿਆਨ ਨਹੀਂ ਦਿੰਦਾ। ਤੁਸੀਂ ਉਦਾਹਰਣ ਲੈ ਲਓ, ਕਿਸੇ ਬੰਦੇ ਨੂੰ ਤੁਸੀਂ ਪੜ੍ਹਨ ਵਾਸਤੇ ਕੋਈ ਕਿਤਾਬ ਦਿੰਦੇ ਹੋ, ਬੜੀ ਕੀਮਤੀ ਕਿਤਾਬ ਕਿਸੇ ਵਿਦਵਾਨ ਦੀ, ਕਿਸੇ ਬੰਦੇ ਨੂੰ ਤੁਸੀਂ ਫ੍ਰੀ ਦੇ ਤੌਰ ਤੇ ਦਿੰਦੇ ਹੋ। ਜਿਵੇਂ ਤੁਹਾਡੇ ਕੋਲੋਂ ਲੈ ਜਾਏਗਾ, ਲਿਜਾ ਕੇ ਉਸੇ ਤਰ੍ਹਾਂ ਅਲਮਾਰੀ 'ਚ ਰੱਖ ਦੇਵੇਗਾ। 6 ਮਹੀਨਿਆਂ ਬਾਅਦ ਉਹਨੂੰ ਬੰਦੇ ਨੂੰ ਪੁੱਛ ਲਓ ਵੀ ਕੀ ਪੜ੍ਹਿਆ ਕਿਤਾਬ 'ਚੋਂ, ਕਹੇਗਾ ਉਹ ਉੱਤਰੇ ਪਈ ਸੀ। ਬੰਦੇ ਨੇ 10 ਰੁਪਏ ਕਿਤਾਬ ਦੇ ਉੱਤੇ ਲਾਏ ਹੋਣ ਤੇ ਜਿੰਨੀ ਦੇਰ ਕੱਲਾ ਪੇਜ ਉਹਦਾ ਪੜ੍ਹ ਨਾ ਲਵੇ ਉਨੀ ਦੇਰ ਉਹਨੂੰ ਰੱਖਦਾ ਨਹੀਂ, ਕਿਉਂਕਿ 10 ਰੁਪਏ ਲਾਏ ਨੇ। ਤੁਸੀਂ ਹੋਰ ਗੱਲ ਛੱਡੋ, ਰੁਪਈਏ 2 ਰੁਪਏ ਦੀ ਅਖਬਾਰ ਹੁੰਦੀ ਹੈ ਤੇ ਬੰਦਾ ਉਹਨੂੰ ਜਿੰਨੀ ਦੇਰ ਪੂਰਾ ਪੜ੍ਹ ਨਾ ਲਵੇ। ਮੈਂ ਕਈ ਵਾਰ ਇਹ ਲੋਕ ਦੇਖੇ ਜਿਹੜੇ ਰਾਤ ਦੇ 10-10 ਵਜੇ ਤੱਕ ਅਖਬਾਰਾਂ ਪੜ੍ਹਦੇ ਰਹਿੰਦੇ। ਪੁੱਛੀਦਾ ਵੀ ਅਖਬਾਰ ਤਾਂ ਸਵੇਰ ਦੇ ਟਾਈਮ ਤੇ ਪੜ੍ਹੀ ਦੀ, ਰਾਤ ਨੂੰ ਕਿਉਂ? ਕਹਿੰਦੇ ਦਿਨੇ ਟਾਈਮ ਨਹੀਂ ਲੱਗਿਆ ਤੇ ਹੁਣ ਟਾਈਮ ਲੱਗਿਆ ਰਾਤ ਪੜ੍ਹ ਲਈ। ਇਹਦਾ ਮਤਲਬ ਰੁਪਈਏ 2 ਰੁਪਈਏ ਲਾਈ, ਅਖਬਾਰ ਵੀ ਬੰਦਾ ਪੂਰੀ ਪੜ੍ਹ ਕੇ ਛੱਡਦਾ ਹੈ। ਕਿਸੇ ਨੂੰ ਕਿਤਾਬ ਤੁਸੀਂ ਦੇ ਦਿਓ ਫਰੀ, ਕੋਈ ਨਹੀਂ ਪੜ੍ਹਦਾ, ਮੁੱਲ ਲਈ ਹੋਈ ਕਿਤਾਬ ਨੂੰ ਪੜ੍ਹਦਾ। ਰੱਬ ਨੇ ਸਾਨੂੰ ਕੀਮਤੀ ਜੀਵਨ, ਕੋਈ ਇਹ ਗੁਰਮੁਖੋਂ ਪੈਸਾ ਨਹੀਂ ਲਿਆ ਰੱਬ ਨੂੰ ਕੋਈ ਅੱਖਾਂ ਦਾ ਪੈਸਾ ਦਿੱਤਾ, ਆਪਾਂ ਜ਼ੁਬਾਨ ਦਾ ਪੈਸਾ ਦਿੱਤਾ ਹੈ, ਹੱਥ ਪੈਰ ਦਾ ਕੋਈ ਪੈਸਾ ਦਿੱਤਾ ਹੈ। ਕੀਮਤੀ ਸੁੰਦਰ ਸਤਿਗੁਰੂ ਨੇ ਦੇਹੀ ਦਿੱਤੀ, ਅਸੀਂ ਕੋਈ ਪੈਸਾ ਨਹੀਂ ਦਿੱਤਾ। ਤਾਂ ਕਰਕੇ ਮਨੁੱਖ ਨੇ ਇਹਦੀ ਕਦਰ ਨਾ ਜਾਣੀ। ਜੇ ਕਿਤੇ ਇਹਦੀ ਕੀਮਤ ਹੁੰਦੀ ਤੇ ਬੰਦਾ ਇਹਦੀ ਕਦਰ ਵੀ ਜਾਣਦਾ। ਬੇਨਤੀ ਕਰਨ ਲੱਗਿਆ ਹਾਂ ਕਿ ਗੁਰਮੁਖੋ, ਜਿਸ ਤਰ੍ਹਾਂ ਮਨੁੱਖ ਨੂੰ ਕੋਈ ਕੀਮਤ ਕਦਰ ਨਹੀਂ ਹੁੰਦੀ, ਇਸੇ ਤਰ੍ਹਾਂ ਸਮੇਂ ਦੀ ਮਨੁੱਖ ਨੂੰ ਕੋਈ ਕਦਰ ਨਹੀਂ। ਮੈਂ ਜਿਹੜੀ ਬੇਨਤੀ ਕਰਨ ਲੱਗਿਆ ਸੀ, ਜਿਹੜੀ ਚੀਜ਼ ਦੀ ਕਦਰ ਹੋਵੇ ਬੰਦਾ ਉਹਦੇ ਵਾਸਤੇ ਦਿਨ ਰਾਤ ਇੱਕ ਕਰ ਦਿੰਦਾ ਹੈ। ਉਦਾਹਰਨ ਦੇ ਤੌਰ ਤੇ ਤੁਸੀਂ ਇਹ ਕਹਿ ਲਓ, ਮੇਰੀ ਸਿਰਫ ਬੇਨਤੀ ਨੂੰ ਸਮਝਣਾ ਜਿਹੜਾ ਮੈਂ ਪ੍ਰਮਾਣ ਦੇਣ ਲੱਗਿਆ। ਮੰਨ ਲਓ ਉਦਾਹਰਨ ਦੇ ਤੌਰ ਤੇ ਕਿ ਜਿਵੇਂ ਡੀਜ਼ਲ ਹੈ ਚਾਹੇ ਪੈਟਰੋਲ ਹੈ, ਜਿਹਦੀ ਵਰਤੋਂ ਬਹੁਤ ਜ਼ਿਆਦਾ ਹੁੰਦੀ ਹੈ। ਸਾਨੂੰ ਪਤਾ ਲੱਗ ਜਾਏ ਵੀ ਰਾਤ ਦੇ 12-1 ਵਜੇ ਡੀਜ਼ਲ ਚਾਹੇ ਪੈਟਰੋਲ ਜਿਸ ਦੀ ਬੰਦੇ ਨੂੰ ਜ਼ਰੂਰਤ ਹੋਵੇ, ਉਹਨੂੰ ਪਤਾ ਚੱਲ ਜਾਏ ਵੀ ਰਾਤ ਦੇ 12 ਵਜੇ ਇਹਦਾ ਕੁਝ ਜਿਹੜਾ ਕੀਮਤ ਹੈ ਘਟ ਜਾਣੀ ਹੈ। ਜਾਂ ਇੱਥੋਂ ਆਪਾਂ ਕਹਿਣਾ ਹੋਊਗਾ ਤੇ ਸੈਂਟ ਸ਼ਬਦ ਵਰਤ ਲਓ, ਇੰਡੀਆ ਦੀ ਗੱਲ ਕਰਨੀ ਹੋਊਗੀ ਤੇ ਰੁਪਈਏ ਸ਼ਬਦ ਵਰਤ ਲਵਾਂਗੇ ਵੀ ਰੁਪਈਏ 2 ਰੁਪਈਏ ਘਟ ਗਏ।
ਹੁਣ ਬੰਦੇ ਨੂੰ ਪਤਾ ਚੱਲ ਜਾਏ ਵੀ ਰਾਤ ਦੇ 12 ਵਜੇ ਪੈਟਰੋਲ ਪੰਪ ਤੇ ਸਿਰਫ 1 ਘੰਟੇ ਵਾਸਤੇ 1-2 ਰੁਪਏ ਡੀਜ਼ਲ ਪੈਟਰੋਲ ਦੇ ਘਟ ਜਾਣੇ ਆ, ਤੁਸੀਂ ਅੰਦਾਜ਼ਾ ਲਾ ਕੇ ਦੇਖੋਗਾ ਬੰਦੇ ਨੂੰ ਨੀਂਦ ਆ ਜੂ। ਪਹਿਲਾਂ ਨਾ ਜਾ ਕੇ 2 ਘੰਟੇ ਬਹਿ ਜਾਏਗਾ ਪੈਟਰੋਲ ਪੰਪ ਤੇ, ਪਹਿਲਾਂ ਹੀ ਜਾ ਕੇ ਬੈਠ ਜਾਏਗਾ ਵੀ ਮੇਰੀ ਵਾਰੀ ਨਾ ਕਿਤੇ ਲੰਘ ਜਾਏ। ਇਹਦਾ ਮਤਲਬ ਹੋ ਗਿਆ ਵੀ ਬੰਦੇ ਨੂੰ ਉਸ ਚੀਜ਼ ਦੀ ਤੇ ਕਦਰ ਸੀ ਤੇ ਮਨੁੱਖਾ ਜੀ ਦੇਹੀ ਦੀ ਕਦਰ ਕੋਈ ਨਾ ਹੋਈ। ਤਾਂ ਰਾਤ ਜਿਹੜੀ ਸੀ ਸਤਿਗੁਰਾਂ ਨੇ ਬਾਣੀ ਨੇ ਕਿਹਾ, ਕਹਿਣ ਲੱਗੇ ਰਾਤ ਲੰਘ ਗਈ ਸਾਰੀ ਸੌਂ ਕੇ, ਦਿਨ ਲੰਘ ਗਿਆ ਸਾਰਾ ਖਾ ਕੇ। ਇਸੇ ਤਰ੍ਹਾਂ ਹੀ ਜ਼ਿੰਦਗੀ ਤੁਰੀ ਜਾਂਦੀ ਹੈ। ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਮੇਰਾ ਪ੍ਰਕਰਨ ਹੈ ਕਿ ਅੰਮ੍ਰਿਤ ਵੇਲਾ ਤੇ ਪ੍ਰਮਾਤਮਾ ਤੋਂ ਨਾਮ ਦੀ ਦਾਤ ਲੈਣੀ, ਅਰਜ਼ੋਈ ਕਰਨੀ, ਅਰਦਾਸ ਕਰਨੀ। ਆਪਾਂ ਅੰਮ੍ਰਿਤ ਵੇਲੇ ਤੇ ਅਜੇ ਗੁਰਬਾਣੀ ਦੇ ਪ੍ਰਮਾਣ ਲੈ ਰਹੇ ਸੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਝਾਲ ਆਂਗੈ ਉਠ ਨਾਮ ਜਪ ਨਿਸਬਾਸਰ ਆਰਾਧ, ਕਾਰਾ ਤੁਝੇ ਨਾ ਵਿਆਪਈ ਨਾਨਕ ਮਿਟੇ ਆਪਾਰ। ਤੇ ਦੂਜਾ ਪ੍ਰਮਾਣ ਲਿਆ ਕਿ ਚਿੜੀ ਚੁੱਕੀ ਪਹੁ ਫੁੱਟੀ ਵਗਨ ਬਹੁਤ ਤਰੰਗ। ਇਹਨਾਂ ਜਾਨਵਰਾਂ ਪੰਛੀਆਂ ਨੇ ਸਾਨੂੰ ਸਿੱਖਿਆ ਦੇ ਦਿੱਤੀ। ਕਹਿਣ ਲੱਗੇ ਭਾਈ ਅੰਮ੍ਰਿਤ ਵੇਲਾ ਹੋ ਗਿਆ, ਅਸੀਂ ਉੱਠ ਪਏ ਹਾਂ, ਅਸੀਂ ਉਸ ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਇਬਾਦਤ ਕਰਨ ਵਾਸਤੇ ਅਸੀਂ ਵੀ ਉੱਠ ਪਏ ਹਾਂ। ਜਿੱਥੇ ਆਪਣਾ ਚੋਗਾ ਚੁਗਣਾ ਖਾਣਾ ਖਾਣਾ, ਉੱਥੇ ਮਾਲਕ ਦੀ ਸਿਫਤ ਕਰਨ ਲੱਗੇ ਹਾਂ। ਤੇ ਉਹਨਾਂ ਚਿੜੀਆਂ ਜਾਨਵਰਾਂ ਨੇ ਸਾਨੂੰ ਕਹਿ ਦਿੱਤਾ, ਤੁਸੀਂ ਜੀਵ ਮਨੁੱਖ ਹੋ, ਤੁਸੀਂ ਵੀ ਉੱਠੋ ਤੇ ਪਰਮਾਤਮਾ ਦੀ ਸਿਫਤ ਕਰੋ। ਇੱਥੇ ਵਿਦਵਾਨਾਂ ਨੇ ਅਰਥ ਦੇ ਇਹ ਕੀਤੇ ਨੇ, ਕਹਿੰਦੇ ਗੱਲ ਚਿੜੀ ਦੀ ਨਹੀਂ, ਸਿਰਫ ਇੱਕ ਉਦਾਹਰਨ ਦਿੱਤੀ ਹੈ। ਵਿਦਵਾਨ ਕਹਿੰਦੇ ਨੇ ਇਉਂ ਕਹਿ ਲਓ, ਅੰਮ੍ਰਿਤ ਵੇਲੇ ਜਦੋਂ ਰੱਬ ਦੇ ਪਿਆਰੇ ਬੰਦਗੀ ਵਾਲੇ ਉੱਠਦੇ ਨੇ, ਉਸ ਵੇਲੇ ਤਰੰਗਾਂ ਜਿਹੜੀਆਂ ਚੱਲਦੀਆਂ ਨੇ, ਉਹਨਾਂ ਤਰੰਗਾਂ ਦੇ ਨਾਲ ਪੂਰਾ ਵਾਤਾਵਰਨ ਹੀ ਸਵਾਰਿਆ ਜਾਂਦਾ ਹੈ। ਤੁਸੀਂ ਕਦੀ ਦੇਖਣਾ ਕੋਈ ਬੰਦਾ ਰੋਗੀ ਹੋਵੇ, ਸਰੀਰਕ ਰੋਗ ਹੋਵੇ, ਮਾਨਸਿਕ ਰੋਗ ਹੋਵੇ, ਕਦੀ ਅੰਦਾਜ਼ਾ ਲਾ ਕੇ ਦੇਖਿਓ ਸਾਰੀ ਰਾਤ ਬੰਦਾ ਹਾਏ ਹਾਏ ਕਰਦਿਆਂ ਲਗਾ ਦੇਗਾ, ਅੰਮ੍ਰਿਤ ਵੇਲਾ ਹੋਵੇਗਾ ਤੇ ਰੋਗੀ ਵੀ ਟਿਕ ਜਾਂਦਾ ਹੈ, ਰੋਗੀ ਵੀ ਸੌਂ ਜਾਂਦਾ ਹੈ, ਉਹਨੂੰ ਵੀ ਨੀਂਦ ਆ ਜਾਂਦੀ ਹੈ। ਇਹਦਾ ਮਤਲਬ ਇਹਨਾਂ ਕਿਰਨਾਂ ਦਾ ਕੋਈ ਪ੍ਰਭਾਵ ਪੈਂਦਾ ਹੈ ਅੰਮ੍ਰਿਤ ਵੇਲੇ ਦੀਆਂ ਦਾ। ਤਾਂ ਹੀ ਤਾਂ ਸਾਹਿਬ ਨੇ ਬਾਣੀ ਵਿੱਚ ਕਿਹਾ, ਪਿਆਰਿਓ ਰੱਬ ਦੇ ਪਿਆਰੇ ਉੱਠਦੇ ਨੇ ਅੰਮ੍ਰਿਤ ਵੇਲੇ, ਚੌਥੇ ਪਹਿਰੇ ਸੁਬਾ ਕੇ ਸੁਰਤੀਆਂ ਉਪਜੇ ਚਾਓ, ਤਿੰਨਾਂ ਦਰਿਆਵਾਂ ਸਿਓ ਦੋਸਤੀ। ਉਹਨਾਂ ਨੂੰ ਦਰਿਆਵਾਂ ਨਾਲ ਪਾਣੀਆਂ ਨਾਲ ਫਿਰ ਦੋਸਤੀ ਹੁੰਦੀ, ਜਾ ਕੇ ਇਸ਼ਨਾਨ ਕਰਦੇ ਨੇ। ਸਾਹਿਬ ਕਿਹਾ ਮਨ ਮੁਖ ਸੱਚਾ ਨਾਉ। ਜੇ ਕਿਤੇ ਕਾਲੀ ਕਾਲੀ ਪੜ ਗਏ ਨਾ ਆਪਾਂ ਵੀ ਮਨਮੁਖ ਸੱਚਾ ਨਾਉ, ਤੇ ਵੇਖੋ ਅਰਥ ਦੇ ਅਨਰਥ ਹੋ ਜਾਣੇ ਹੈ। ਉੱਥੇ ਮਨ ਦੇ ਨੰਨੇ ਨੂੰ ਵੀ ਸਿਹਾਰੀ ਹੈ, ਮੁਖ ਦੇ ਖੱਕੇ ਨੂੰ ਵੀ ਸਿਹਾਰੀ ਹੈ। ਅਲੱਗ-ਅਲੱਗ ਸ਼ਬਦ ਕਰਨੇ ਪੈਣਗੇ ਕਿ ਚੌਥੇ ਪਹਿਰੇ ਸੁਬਾ ਕੇ ਸੁਰਤੀਆਂ ਉਪਜੇ ਚਾਓ, ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁਖ ਸੱਚਾ ਨਾਮ। ਉਹਨਾਂ ਦਾ ਮਨ ਤੇ ਉਹਨਾਂ ਦਾ ਮੁਖ ਪਵਿੱਤਰ ਹੋ ਜਾਂਦਾ ਹੈ। ਮੇਰੇ ਸਾਹਿਬ ਕਹਿੰਦੇ ਜਿਹੜੇ ਅੰਮ੍ਰਿਤ ਵੇਲੇ ਪ੍ਰਭੂ ਪਰਮਾਤਮਾ ਦੀ ਉੱਠ ਕੇ ਬੰਦਗੀ ਕਰਦੇ ਹੈ, ਆਓ ਨਾਲ ਨਾਲ ਮੇਰੇ ਵਿੱਚ ਕੋਸ਼ਿਸ਼ ਹੁੰਦੀ ਹੈ ਕੁਝ ਇਤਿਹਾਸਕ ਪੱਖ ਵੀ ਨਾਲ ਰੱਖਣਾ। ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਲਗਾਤਾਰ ਉਹਨੂੰ ਘੇਰਾ ਪਿਆ ਰਿਹਾ, 7-8 ਮਹੀਨੇ ਦੇ ਘੇਰੇ ਤੋਂ ਬਾਅਦ ਸਤਿਗੁਰੂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲੇ ਜਾ ਕੇ ਕਾਜ਼ੀਆਂ ਮਲਾਣਿਆਂ ਤੇ ਬ੍ਰਾਹਮਣਾਂ ਨੇ ਜਦੋਂ ਇਹ ਕਿਹਾ, ਮਹਾਰਾਜ ਅਸੀਂ ਕਸਮਾਂ ਖਾਂਦੇ ਹਾਂ ਤੁਸੀਂ ਇਸ ਅਨੰਦਪੁਰ ਦੇ ਕਿਲ੍ਹੇ ਨੂੰ ਛੱਡ ਦਿਓ, ਤੁਹਾਨੂੰ ਕੁਝ ਨਹੀਂ ਕਵਾਂਗੇ। ਸਾਹਿਬ ਨੇ ਭਰੋਸਾ ਕਰ ਲਿਆ, ਸਾਹਿਬ ਨੇ ਵਿਸ਼ਵਾਸ ਕਰ ਲਿਆ ਉਹਨਾਂ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਅਨੰਦਪੁਰ ਦਾ ਕਿਲ੍ਹਾ ਖਾਲੀ ਕਰਨ ਦਾ ਮਨ ਬਣਾ ਲਿਆ। ਸਤਿਗੁਰੂ ਕਿਲ੍ਹਾ ਖਾਲੀ ਕਰਦੇ ਨੇ ਤੇ ਦੁਸ਼ਮਣ ਸਤਿਗੁਰੂ ਮਹਾਰਾਜ ਜੀ ਦੀ ਫੌਜਾਂ ਉੱਤੇ ਹਮਲਾ ਕਰ ਦਿੰਦੇ ਹੈ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਰਸਾ ਦੇ ਕੰਢੇ ਤੇ ਪਹੁੰਚਦੇ ਨੇ, ਇੰਨੇ ਚਿਰ ਨੂੰ ਪਿੱਛੋਂ ਦੁਸ਼ਮਣਾਂ ਨੇ ਹਮਲਾ ਕਰ ਦਿੱਤਾ ਹੈ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਲ੍ਹੇ 'ਚੋਂ ਨਿਕਲਣ ਤੋਂ ਪਹਿਲਾਂ ਵਿਉਂਤਬੰਦੀ ਕਰ ਲਈ ਕਿ ਅਗਲੇ ਬੰਨੇ ਹੋਵੇਗਾ ਸਾਡੇ ਨਾਲ ਜੁਝਾਰ ਸਿੰਘ, ਪਿਛਲੀ ਸਾਈਡ ਤੇ ਹੋਵੇਗਾ ਸਾਡਾ ਵੱਡਾ ਸਾਹਿਬਜ਼ਾਦਾ ਅਜੀਤ ਸਿੰਘ, ਉਹਨਾਂ ਦਾ ਸਹਿਯੋਗ ਦੇਣਗੇ ਭਾਈ ਜੈਤਾ ਜੀ, ਭਾਈ ਉਦੇ ਸਿੰਘ ਜੀ ਤੇ ਹੋਰ ਗੁਰੂ ਕੇ ਸਿੱਖ। ਵਿਚਕਾਰ ਮਾਤਾ ਜੀ ਹੋਣਗੇ ਤੇ ਉਹਨਾਂ ਦੇ ਨਾਲ ਛੋਟੇ ਸਾਹਿਬਜ਼ਾਦੇ ਹੋਣਗੇ। ਇਉਂ ਵਿਉਂਤਬੰਦੀ ਬਣਾ ਕੇ ਕਿਲ੍ਹੇ ਨੂੰ ਜਿਹੜਾ ਸੀ ਛੱਡਿਆ ਗਿਆ। ਜਦੋਂ ਸਤਿਗੁਰੂ ਸਰਸਾ ਦੇ ਪਹੁੰਚੇ, ਮੈਂ ਜਿਹੜੀ ਬੇਨਤੀ ਕਰਨ ਲੱਗਿਆ ਅੰਮ੍ਰਿਤ ਵੇਲਾ, ਸਤਿਗੁਰੂ ਮਹਾਰਾਜ ਨੇ ਸਾਨੂੰ ਕਿੱਡਾ ਇਹਦਾ ਮਹਾਤਮ ਤੇ ਕਿੰਨੀ ਵੱਡੀ ਇਹਦੀ ਅੰਮ੍ਰਿਤ ਵੇਲੇ ਦੀ ਸਤਿਗੁਰਾਂ ਨੇ ਆਪਣੇ ਜੀਵਨ ਦੇ ਵਿੱਚ ਏਡੀ ਵੱਡੀ ਰਹਿਮਤ ਬਖਸ਼ਿਸ਼ ਕਰਦੇ ਆ ਤੇ ਏਡਾ ਵੱਡਾ ਸਾਡੇ ਸਾਹਮਣੇ ਪ੍ਰਮਾਣ ਦੇ ਕੇ ਚਲੇ ਗਏ। ਇਸ ਤੋਂ ਵੱਡਾ ਹੋਰ ਪ੍ਰਮਾਣ ਕੀ ਹੋ ਸਕਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਰਸਾ ਦਾ ਕੰਢਾ ਆਇਆ ਤੇ ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਭਾਈ ਦਇਆ ਸਿੰਘ ਨੂੰ ਕਹਿੰਦੇ, ਦਇਆ ਸਿੰਘ ਜੀ ਭਈ ਸਾਡਾ ਖੁਰਾਕ ਛਕਣ ਦਾ ਸਮਾਂ ਹੋ ਗਿਆ ਹੈ। ਤੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਪਹਿਲਾਂ ਤੇ ਗੁਰੂ ਮਹਾਰਾਜ ਜੀ ਦਾ ਬਚਨ ਨਾ ਸਮਝ ਸਕੇ। ਮਹਾਰਾਜ ਇਸ ਵੇਲੇ ਖਾਣ ਦਾ ਪ੍ਰਬੰਧ, ਇਸ ਵੇਲੇ ਤਾਂ ਸਤਿਗੁਰੂ ਮਹਾਰਾਜ ਜੀ
ਅੰਮ੍ਰਿਤ ਵੇਲਾ ਹੋਇਆ ਤੇ ਆਪ ਜੀ ਨੇ ਤੇ ਕਦੀ ਇਸ ਵੇਲੇ ਕੁਝ ਛਕਿਆ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਦਇਆ ਸਿੰਘ ਜੀ ਅਸੀਂ ਉਸ ਖੁਰਾਕ ਦੀ ਗੱਲ ਨਹੀਂ ਕਰਦੇ, ਸਰੀਰਕ ਖੁਰਾਕ ਦੀ, ਅਸੀਂ ਆਤਮਾ ਦੀ ਖੁਰਾਕ ਦੀ ਗੱਲ ਕਰ ਰਹੇ ਮਹਾਰਾਜ। ਆਤਮਾ ਦੀ ਖੁਰਾਕ ਤੋਂ ਭਾਵ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਭਾਈ ਦਇਆ ਸਿੰਘ ਜੀ ਅੰਮ੍ਰਿਤ ਵੇਲਾ ਹੋ ਗਿਆ। ਇਹਦਾ ਮਤਲਬ ਕਿ ਜਦੋਂ ਸਰਸਾ ਦਾ ਕੰਢਾ ਆਇਆ ਉਦੋਂ ਅੰਮ੍ਰਿਤ ਵੇਲਾ ਸੀ। ਸਤਿਗੁਰੂ ਮਹਾਰਾਜ ਜੀ ਕਹਿੰਦੇ ਅੰਮ੍ਰਿਤ ਵੇਲਾ ਹੋ ਗਿਆ ਭਾਈ ਦਇਆ ਸਿੰਘ ਜੀ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ ਲਿਆਓ ਸਾਜ ਲਿਆਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਇਤਿਹਾਸਕਾਰ ਕਹਿੰਦੇ, ਮੈਂ ਉਹ ਬੇਨਤੀ ਕਰ ਰਿਹਾ। ਉਹ ਕਹਿੰਦੇ ਨੇ ਅੱਜ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਸਰਸਾ ਦੇ ਕੰਢੇ ਤੇ ਆਪ ਖੁਦ ਆਸਾ ਦੀ ਵਾਰ ਲਾਈ ਹੈ। ਆਪ ਸਤਿਗੁਰਾਂ ਨੇ ਕੀਰਤਨ ਕੀਤਾ ਹੈ। ਇੱਕ ਬੰਨੇ ਜੰਗ ਹੁੰਦੀ ਹੈ, ਦੂਜੇ ਬੰਨੇ ਕੀਰਤਨ ਹੋ ਰਿਹਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹ ਕਹਿਣਾ ਚਾਹੁੰਦੇ ਆ, ਸਿੱਖਾ ਤੇਰੇ ਤੇ ਕਿੱਡੀ ਵੱਡੀ ਮੁਸੀਬਤ ਵੀ ਕਿਉਂ ਨਾ ਪੈ ਜਾਵੇ, ਤੇਰਾ ਅੰਮ੍ਰਿਤ ਵੇਲਾ ਨਹੀਂ ਕਦੀ ਵੀ ਟੁੱਟਣਾ ਚਾਹੀਦਾ। ਸਾਨੂੰ ਸਿੱਖਿਆ ਦੇ ਕੇ ਗਏ। ਇੱਕ ਬੰਨੇ ਦੁਸ਼ਮਣ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਵੀ ਕਹਿ ਸਕਦੇ ਸਨ ਵੀ ਚਲੋ ਕੋਈ ਗੱਲ ਨਹੀਂ, ਸਰਸਾ ਨੂੰ ਪਾਰ ਕਰਨ ਤੋਂ ਬਾਅਦ ਦਿਨ ਚੜ੍ਹੇ ਆਸਾ ਦੀ ਵਾਰ ਲੱਗ ਜਾਏਗੀ, ਫਿਰ ਕੀ ਹੋ ਜਾਏਗਾ। ਧੰਨ ਗੁਰੂ ਗੋਬਿੰਦ ਸਿੰਘ ਪੂਰਨੇ ਪਾ ਕੇ ਗਏ। ਗੁਰੂ ਕੇ ਸਿੱਖਾ ਇੱਕ ਗੱਲ ਯਾਦ ਰੱਖੀ, ਦੋ ਗੱਲਾਂ ਇਹਦੇ 'ਚੋਂ ਸਾਨੂੰ ਮਿਲਦੀਆਂ ਨੇ। ਇੱਕ ਤਾਂ ਇਹ ਮਿਲਦੀ ਹੈ ਕਿ ਅੰਮ੍ਰਿਤ ਵੇਲਾ ਨਾ ਕਦੀ ਟੁੱਟੇ। ਦੂਜਾ ਗੁਰੂ ਨੇ ਇਹ ਕਹਿ ਦਿੱਤਾ ਕਿ ਤੇਰੀ ਜ਼ਿੰਦਗੀ ਦੇ ਵਿੱਚੋਂ ਕਦੀ ਬਾਣੀ ਨਾ ਜਾਏ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਭਾਵੇਂ ਕਿੰਨੀਆਂ ਮੁਸੀਬਤਾਂ ਤੇ ਪਹਾੜ ਟੁੱਟ ਜਾਣ ਤੇਰੇ ਤੇ, ਇੱਕ ਬਾਣੀ ਨਾਲੋਂ ਨਾ ਟੁੱਟੀ, ਇੱਕ ਅੰਮ੍ਰਿਤ ਵੇਲੇ ਨਾਲੋਂ ਨਾ ਟੁੱਟੀ। ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਨੇ ਸਰਸਾ ਦੀ ਕੰਢੀ ਤੇ ਸਾਨੂੰ ਪੂਰਨਾ ਪਾ ਕੇ ਦੱਸ ਦਿੱਤਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਿੱਖਾਂ ਨੇ ਕਿਹਾ, ਮਹਾਰਾਜ ਦੁਸ਼ਮਣ ਹਮਲਾ ਕਰੀ ਜਾਂਦੇ ਨੇ, ਸਾਡੇ ਸਿੰਘ ਬੜੇ ਸ਼ਹੀਦ ਹੋ ਰਹੇ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ ਕੋਈ ਗੱਲ ਨਹੀਂ, ਇੱਕ ਬੰਨੇ ਜੰਗ ਹੁੰਦੀ ਹੈ, ਉਧਰੋਂ ਜੰਗ ਦੀ ਸਮਾਪਤੀ ਹੋਈ, ਇਧਰੋਂ ਆਸਾ ਦੀ ਵਾਰ ਦੀ ਸਮਾਪਤੀ ਹੋਈ। ਸਿੱਖਾਂ ਨੇ ਕਿਹਾ ਮਹਾਰਾਜ ਬੜੇ ਸਿੰਘ ਸ਼ਹੀਦ ਹੋ ਗਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਿੰਨੇ ਸ਼ਹੀਦ ਹੋਏ ਨੇ ਉਹ ਮੇਰੇ ਮਾਲਕ ਦੇ ਦਰਬਾਰ, ਉਹਦੇ ਘਰ ਵਿੱਚ ਪਹੁੰਚੇ ਨੇ। ਇਹਦਾ ਭਾਵ ਬਣ ਗਿਆ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਇਹ ਦੱਸ ਦਿੱਤਾ ਕਿ ਮੁਸੀਬਤ ਵੀ ਆਵੇ ਤੇਰੇ ਤੇ ਤਾਂ ਵੀ ਅੰਮ੍ਰਿਤ ਵੇਲਾ ਤੇਰਾ ਨਾ ਕਦੇ ਟੁੱਟੇ। ਹੁਣ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਜਿੱਥੇ ਅੰਮ੍ਰਿਤ ਵੇਲੇ ਦੇ ਆਪਾਂ ਪ੍ਰਮਾਣ ਲਏ ਨੇ, ਅਗਲਾ ਬਚਨ ਹੈ ਕਿ ਅੰਮ੍ਰਿਤ ਵੇਲੇ ਪੁਕਾਰ ਕੀ ਕਰਨੀ ਹੈ, ਮੰਗਣਾ ਕੀ ਹੈ ਅੰਮ੍ਰਿਤ ਵੇਲੇ। ਤੇ ਸਤਿਗੁਰੂ ਬਬੀਹੇ ਦੀ ਉਦਾਹਰਨ ਦੇ ਕੇ ਕਹਿੰਦੇ ਨੇ, ਬਬੀਹਾ ਅੰਮ੍ਰਿਤ ਵੇਲੇ ਬੋਲਿਆ। ਭਈ ਜੀਵ ਰੂਪੀ ਪਪੀਹੇ ਨੇ ਅੰਮ੍ਰਿਤ ਵੇਲੇ ਪੁਕਾਰ ਕਰਕੇ ਮੰਗਿਆ ਕੀ ਹੈ, ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ। ਜਦੋਂ ਅੰਮ੍ਰਿਤ ਵੇਲੇ ਪਪੀਹਾ ਬੋਲਿਆ, ਉਹਦੀ ਪੁਕਾਰ ਸੁਣੀ ਗਈ। ਮੇਘਾ ਨੂੰ ਫਰਮਾਨ ਹੋਆ ਵਰਸੋ, ਕਿਰਪਾ ਧਾਰ। ਕਹਿੰਦੇ ਮੇਘੇ ਨੂੰ ਪਰਮਾਤਮਾ ਨੇ ਹੁਕਮ ਲਾਇਆ ਵੀ ਤੂੰ ਜਿਹੜਾ ਹੈ ਜਲ ਥਲ ਕਰ ਦੇ ਤਾਂ ਕਿ ਪਪੀਹੇ ਦੀ ਪਿਆਸ ਮਿਟ ਜਾਏ। ਗੱਲ ਇੱਥੇ ਜੀਵ ਦੀ ਹੈ। ਜਦੋਂ ਅਸੀਂ ਪੁਕਾਰ ਕਰਦੇ ਪਰਮਾਤਮਾ ਦੇ ਦਰ ਤੋਂ ਇਹ ਮੰਗਦੇ ਹਾਂ ਕਿ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ। ਇਹੋ ਅਸੀਂ ਗੁਰੂ ਦੇ ਦਰ ਦੇ ਉੱਤੇ ਪੁਕਾਰ ਕਰਦੇ ਮੰਗਦੇ ਆ ਕੇ ਕਿ ਸਤਿਗੁਰੂ ਸਾਡੀ ਜ਼ਿੰਦਗੀ ਦਾ ਆਧਾਰ ਬਾਣੀ ਹੈ। ਮੇਰੇ ਸਾਹਿਬ ਨੇ ਤਾਂ ਬਚਨ ਕੀਤੇ ਬਾਣੀ ਵਿੱਚ, ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹੂੰ। ਸਤਿਗੁਰਾਂ ਨੇ ਕਿਹਾ ਮੇਰਾ ਤੇ ਬਾਣੀ ਹੀ ਅਸਲ ਵਿੱਚ ਆਧਾਰ ਹੈ, ਇਹਦੇ ਤੋਂ ਬਿਨਾਂ ਮੇਰਾ ਕੋਈ ਗੁਜ਼ਾਰਾ ਨਹੀਂ। ਹੁਣ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਪਿਆਰਿਆ, ਜਿੱਥੇ ਅੰਮ੍ਰਿਤ ਵੇਲਾ ਉੱਥੇ ਪੁਕਾਰ ਕਰ, ਮਾਲਕ ਦੇ ਦਰ ਤੇ ਪੁਕਾਰ ਕਰਕੇ ਮੰਗ ਉਹਦੇ ਕੋਲੋਂ ਨਾਮ ਦੀ ਦਾਤ। ਉਹ ਨਾਮ ਮੰਗ ਜਿਸ ਨਾਮ ਦੇ ਬਾਰੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਉਸ ਨਾਮ ਨੂੰ ਮੰਗੀਏ ਜਿਸ ਨਾਮ ਦੇ ਵਿੱਚ ਏਡੀਆਂ ਵੱਡੀਆਂ ਤਾਕਤਾਂ ਨੇ, ਜਿਸ ਨਾਮ ਦੇ ਵਿੱਚ ਏਡਾ ਵੱਡਾ ਬਲ ਹੈ, ਜਿਸ ਨਾਮ ਦੇ ਵਿੱਚ ਇੰਨੀਆਂ ਵੱਡੀਆਂ ਰਹਿਮਤਾਂ ਨੇ, ਉਸ ਨਾਮ ਨੂੰ ਮੰਗੀ। ਮਹਾਰਾਜ ਕਿਹੜੇ ਨਾਮ ਨੂੰ ਮੰਗੀਏ? ਸਤਿਗੁਰੂ ਉਹਦੇ ਵਿੱਚ ਰਹਿਮਤਾਂ ਕਿਹੜੀਆਂ ਨੇ, ਕੀ ਕੀ ਰਹਿਮਤ ਵਰਤ ਜਾਂਦੀ ਹੈ ਪਰਮਾਤਮਾ ਦੇ ਨਾਮ ਨਾਲ। ਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਆ ਮੈਂ ਤੈਨੂੰ ਦੱਸਾਂ ਉਸ ਨਾਮ ਦੀ ਵਡਿਆਈ, ਆ ਮੈਂ ਤੈਨੂੰ ਦੱਸਾਂ ਉਸ ਨਾਮ ਨੂੰ ਮੰਗੀ ਜਿਸ ਨਾਮ ਨੇ ਤੇਰਾ ਲੋਕ ਤੇ ਪਰਲੋਕ ਸਵਾਰ ਦੇਣਾ ਹੈ। ਮੇਰੇ ਸਾਹਿਬ ਕਹਿੰਦੇ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਜਿੱਥੇ ਕੋਈ ਸਹਾਈ ਨਹੀਂ ਬਣਦਾ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਹਰ ਕਾ ਨਾਮ ਮੂਹਾ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚੱਲੈ। ਜਹ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਇੱਕ ਖਿਨ ਵਿੱਚ ਪਰਮਾਤਮਾ ਦਾ ਨਾਮ ਤੇਰਾ ਉਧਾਰ ਕਰ ਦੇਗਾ। ਮਹਾਰਾਜ ਹੋਰ ਨਾਮ ਦੀ ਵਡਿਆਈ, ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਕਹਿੰਦੇ ਆ ਤੈਨੂੰ ਨਾਮ ਦੀ ਵਡਿਆਈ ਦੱਸਾਂ ਕਿ ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌ ਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾ ਏ ਕਰ ਭਾਗਾ। ਜਮ ਵੀ ਸ਼ਰਮ ਦਾ ਮਾਰਿਆ ਮੁੜ ਜਾਏਗਾ। ਇਸ ਨਾਮ ਦੇ ਵਿੱਚ ਏਡੀ ਵੱਡੀ ਤਾਕਤ ਹੈ। ਜਮ ਲੱਜਾ ਏ ਕਰ ਭਾਗਾ, ਕਹਿੰਦੇ ਜਮ ਵੀ ਸ਼ਰਮ ਦਾ ਮਾਰਿਆ ਮੁੜ ਜਾਏਗਾ ਕਿ ਇੱਥੇ ਤਾਂ ਰੱਬ ਦੀ ਭਈ ਬੰਦਗੀ ਕਰਨ ਵਾਲਾ ਮੈਂ ਇੱਥੇ ਨਹੀਂ ਜਾ ਸਕਦਾ। ਧੰਨ ਸ਼੍ਰੀ ਗੁਰੂ
अर्जुन देव जी ने पुछो महाराज होर नाम की वडियाई। मेरे साहब ने कहा ताती वाओ न लग गई पार ब्रह्म शरणाई, चौगिरद हमारे राम कर दुख लगे न भाई, सतगुर पूरा भेटिया जिन बनत बनाई, राम नाम औखद दिया एका लिव लाई, रख लिए तिन रखन हर सब ब्याद मटाई। सारे ब्याद ही खत्म हो जाएंगे। पुछो श्री गुरु तेग बहादुर महाराज जी ने इस नाम की वडियाई बारे, ते धन श्री गुरु तेग बहादुर सच्चे पातशाह महाराज जी कहते हैं प्यारिओ किन्नी को नाम की उसकी वडियाई करिए। श्री गुरु तेग बहादुर महाराज जी कहते मैं तो ये कहांगा जिस जीव ने भी अज तक प्रभु का नाम जपिया उसकी वडियाई की है, वड्डे तो वड्डे पापियां का उद्धार कर दिता इस नाम ने। जिस नाम को अमृत वेले मंगना है, जिस नाम की वडियाई अमृत वेले करनी, उस नाम के बारे पता होना चाहिए वो ताकत किन्नी है, वो समर्था किन्नी है, वो बल किन्ना क है, वो नाम जिंदगी में की कुछ ले आता है। सतगुरु महाराज जी कहते उसकी वडियाई उसकी कदर होनी चाहिए है। श्री गुरु तेग बहादुर महाराज जी के बचन ने मन रे प्रभ की शरण विचारो, जह सिमरत गणका सी उदरी ताको जस उर धारो, अटल भयो ध्रुव जाकै सिमरन अर निरभय पद पाया, दुख हरता विद को स्वामी तय काहे बिसराया, जब ही शरण गही कृपा निध गज गराह ते छूटा, महिमा नाम कहा लो बरनो राम कहत बंधन ते टूटा, अजामल पापी जग जानै निमुख माहे निस्तारा, नानक कहत चेत चिंता मन तय भी उतरे पर। यह नाम की वडियाई। पुछो श्री गुरु अर्जन देव महाराज जी होर इसकी वडियाई, तो मेरे साहब कहते हैं जां को मुश्किल अत बने ढोई कोई ना दे। पहला आप बेनती की अमृत वेला, हुण आप बेनती कर रहे अमृत वेले जिहड़ा पुकार करके नाम मंगना, वो नाम दे विच ताकत किन्नी है। सतगुरु गुरु अर्जन देव महाराज जी कहते हैं जां को मुश्किल अत बने ढोई कोई ना दे, लागू होए दुश्मना साक पे भज खले, सबो भजे आसरा चुकै सब असराओ। तो फिर अमृत वेले जिहड़ा तू नाम मंगदा है ना, चित आवे ओस पार ब्रह्म लगे न तत्ती वाह, वो है नाम जिहड़ा तत्ती वाह तक नहीं तेनों लगन देगा, जिहड़ा विकारां दीयां तत्तियां हवावां तो तेनों बचा लेगा। सतगुरु महाराज जी गुरु अर्जन देव नूं पुछो महाराज होर वडियाई, ते साहब कहते जे को होवे दुबला नंग भुख की पीड़, दमड़ा पल्ले ना पवे ना को देवे धीर, स्वार्थ स्वाओ ना को करे ना किश होवे काज। ते फिर मंग उस परमात्मा के नाम नूं जिहड़ा निश्चल राज दिंदा है। चित आवे ओस पार ब्रह्म तां निश्चल होवे राज। 4-5 बंद ने उस शब्द दे, जिहड़ा पहला बंद मैं तुहानूं सुनाया उहदा मतलब सी भी जे किसी तरह दीयां मुश्किलों में बंदा घिर जाए, दुश्मन उहदे ते हावी हो जान, सज्जन साथ चढ़ जान, तेनू रब चेते आवे तेरा वाल विंगा नहीं होएगा। दूसरे विच कह रहे सन जे शरीरक कमजोरी आ जाए, आर्थिक कमजोरी आ जाए, तेरा कोई भी बंदा सहारा ना बनता होवे, तू रब का नाम जप के वेख परमात्मा तेनू निश्चल राज दे देगा। तीसरा बंद है साहब जी कहते जां को चिंता बहुत बहुत देही व्यापै रोग, बंदा अपनी देही की रोगता करके दिन रात ग्रसिया होया होवे, चिंतावां दे विच जिंदगी बतीत करता होवे, ते श्री गुरु अर्जन देव जी कहते घबरा ना, उठ अमृत वेले ते रब दे नाम उसनूं जप जिस नाम की वडियाई करके दस रहे हैं। साहब कहते जां को चिंता बहुत बहुत देही व्यापै रोग, ग्रस्त कटंब पलेटिया कदे हरख कदे सोग, गौण करे चौं कुंटका घड़ी न बैसन सोए, चित आवे ओस पार ब्रह्म ता तन मन शीतल होए। सतगुरु महाराज जी कहते तेरा तन ते मन ठंडा ठार हो जाएगा, शीतल हो जाएगा, जे तू उस प्रभु परमात्मा के नाम की जाचना करता है। अमृत वेले उठ के परमात्मा के कोलों मंगदा उस नाम नूं, अरजोइयां करदा बेनतियां करदा है, तो परमात्मा तेनों वो नाम दे देगा जिहड़ा नाम तेरा लोक परलोक च सहाई हो जाएगा। सतगुरु गुरु ग्रंथ साहिब की बाणी चों मेरे साहब जी कहते मन लो किसी बंदे दे कोले सारा कुछ होवे, हर बंदे दे कोले एक बंदे कोले सहूलतां सारियां होण, तो श्री गुरु अर्जन देव जी ने 2 शब्द कहे ने जैत सरी दी वार विचों नाम की वडियाई विच। श्री गुरु अर्जन देव महाराज कहते एक बंदा वो है जिस बंदे का घर सोने का, जिस बंदे के घर दे विच सोने दे नाल कंधां बणियां हीरे विच जड़े हुए ने, ते जिन्ना फर्नीचर उस बंदे ने अपने घर विच रखिया सारे का सारा चंदन का बनिया होया। श्री गुरु अर्जन देव जी कहते एडा वड्डा बंदा, उहदा घर सोने का हीरिया नाल जड़िया होया, उस बंदे दे घर दे विच चंदन का फर्नीचर सारा है, जिन्नी लकड़ लगी हुई है उस दरवाजे नूं लगी, चाहे टेबल बनाए हुए कुर्सियां मेज कुछ भी बनाया उस बंदे ने सारे का सारा चंदन का बनया। तो श्री गुरु अर्जन देव जी कहते जिस सेज ते सौंदा है वो सेज फुल्लां दी है, तो रोज़ दे रोज़ उन्होंने बदल लैंदा है, रोज़ दे रोज़ ताजे फुल आउंदे ने,
ਤੇ ਜਿਹੜੀ ਫੁੱਲਾਂ ਦੀ ਸੇਜ ਉੱਤੇ ਉਹ ਸੌਂਦਾ ਹੈ। ਮੇਰੇ ਗੁਰੂ ਅਰਜਨ ਦੇਵ ਜੀ ਕਹਿੰਦੇ ਉਸ ਬੰਦੇ ਨੂੰ ਕੋਈ ਚਿੰਤਾ ਨਹੀਂ, ਕੋਈ ਝੋਰਾ ਨਹੀਂ, ਕੋਈ ਫਿਕਰ ਨਹੀਂ ਵੀ ਧਨ ਕਿੱਥੋਂ ਆਏਗਾ, ਅਨਾਜ ਕਿੱਥੋਂ ਆਏਗਾ, ਖਾਣ ਪੀਣ ਦੀਆਂ ਵਸਤੂਆਂ ਕਿੱਥੋਂ ਆਉਣਗੀਆਂ, ਕੋਈ ਫਿਕਰ ਨਹੀਂ ਉਸ ਬੰਦੇ ਨੂੰ। ਗੁਰੂ ਅਰਜਨ ਦੇਵ ਜੀ ਕਹਿੰਦੇ ਇੰਨਾ ਕੁਝ ਉਸ ਬੰਦੇ ਦੇ ਕੋਲ ਹੈ, ਪਰ ਇੱਕ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਨਾਮ ਉਹਦੇ ਕੋਲ ਨਹੀਂ। ਗੁਰੂ ਅਰਜਨ ਦੇਵ ਜੀ ਕਹਿੰਦੇ ਪੁੱਛੋ ਫਿਰ ਸਾਨੂੰ ਕਿ ਅਸੀਂ ਉਸ ਬੰਦੇ ਨੂੰ ਪ੍ਰਭੂ ਦੀ ਨਿਗਾਹ ਦੇ ਮੁਤਾਬਕ ਕੀ ਗਿਣਦੇ ਆ। ਸਾਹਿਬ ਜੀ ਕਹਿੰਦੇ ਕਿ ਗੰਦਗੀ ਦੇ ਕੀੜੇ ਦੇ ਸਮਾਨ ਗਿਣਤੇ ਤੋਂ ਵੱਧ ਕੁਝ ਵੀ ਨਹੀਂ ਹੈ। ਹੁਣ ਖਿਮਾ ਕਰਿਓ ਕਿ ਬੰਦੇ ਦੇ ਕੋਲ ਇੰਨੀਆਂ ਸਹੂਲਤਾਂ, ਇੰਨੇ ਸੁੱਖ, ਇੰਨੇ ਆਰਾਮ, ਇੰਨਾ ਕੁਝ ਬੰਦੇ ਦੇ ਕੋਲ, ਤੇ ਸਾਹਿਬ ਨੇ ਕਿਹਾ ਕਿ ਅੰਮ੍ਰਿਤ ਵੇਲਾ ਤੇ ਪਰਮਾਤਮਾ ਦਾ ਨਾਮ ਨਹੀਂ ਉਹਦੇ ਕੋਲੇ, ਉਹ ਬੰਦਾ ਤੇ ਗੰਦਗੀ ਦੇ ਕੀੜੇ ਦੇ ਸਮਾਨ ਹੈ। ਇੱਕ ਸ਼ਲੋਕ ਇਹ ਹੈ, ਪਹਿਲਾਂ ਮੈਂ ਵਿਆਖਿਆ ਕਰ ਲਾਂ, ਫਿਰ ਮੈਂ ਦੋਵੇਂ ਤੁਹਾਨੂੰ ਇਕੱਠੇ ਸ਼ਬਦ ਸੁਣਾ ਦਿਆਂਗਾ। ਦੂਸਰੇ ਸ਼ਬਦ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਇੱਕ ਬੰਦਾ ਉਹ ਹੈ ਜਿਸ ਬੰਦੇ ਦਾ ਘਰ ਏਡਾ ਵਧੀਆ ਨਹੀਂ ਹੈ, ਕੇਵਲ ਕੱਖਾਂ ਦੀ ਕੁੱਲੀ ਬਣਾਈ ਹੋਈ ਹੈ, ਝੌਂਪੜੀ ਕਹਿ ਲਓ, ਕੱਖਾਂ ਦੀ ਕੁੱਲੀ ਕਹਿ ਲਓ, ਟੁੱਟਾ ਜਿਹਾ ਘਰ ਕਹਿ ਲਓ। ਇੱਕ ਬੰਦੇ ਦਾ ਘਰ ਟੁੱਟਾ ਜਿਹਾ ਹੈ, ਕੋਈ ਬਹੁਤਾ ਵਧੀਆ ਨਹੀਂ ਹੈ। ਸਤਿਗੁਰੂ ਕਹਿੰਦੇ ਤਨ ਉੱਤੇ ਬਸਤਰ ਵੀ ਕੋਈ ਬਹੁਤੇ ਉਹਦੇ ਵਧੀਆ ਨਹੀਂ ਹਨ, ਫਟੇ ਹੋਏ ਬਸਤਰ ਉਹਦੇ ਤਨ ਉੱਤੇ ਨੇ। ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਦੁਨੀਆਦਾਰੀ ਵਿੱਚ ਕਹਿ ਲਓ ਕਿ ਉਸ ਬੰਦੇ ਦੀ ਜਾਤ ਵੀ ਉੱਚੀ ਨਹੀਂ ਹੈ, ਨੀਵੀਂ ਜਾਤ ਹੈ, ਛੋਟੀ ਜਾਤ ਦਾ ਹੈ। ਤੇ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਖਾਣ ਪੀਣ ਦੇ ਵੀ ਉਸ ਬੰਦੇ ਦੇ ਕੋਲੇ ਬਹੁਤੇ ਕੋਈ ਵਧੀਆ ਸਾਧਨ ਨਹੀਂ, ਭਾਵ ਕਿ ਖਾਣ ਪੀਣ ਵੀ ਚੰਗਾ ਉਹਦੇ ਕੋਲੇ ਨਹੀਂ। ਹੁਣ ਇਹ ਬੰਦਾ ਜਿਹਦਾ ਘਰ ਵਧੀਆ ਨਹੀਂ, ਜਿਹਦੇ ਕੋਲੇ ਬਸਤਰ ਵਧੀਆ ਨਹੀਂ, ਜਿਹਦੇ ਕੋਲੇ ਖਾਣ ਪੀਣ ਵਧੀਆ ਨਹੀਂ, ਜਿਹਦੀ ਕੋਈ ਜਾਤ ਉੱਚੀ ਨਹੀਂ, ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਉਸ ਬੰਦੇ ਦੇ ਕੋਲੇ ਇੱਕ ਚੀਜ਼ ਹੈ, ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦੀ ਬੰਦਗੀ ਉਹਦੇ ਕੋਲੇ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਾਰੀ ਦੁਨੀਆ ਦਾ ਰਾਜਾ ਹੈ, ਤੇ ਜੀ ਕਰਦਾ ਇਸ ਬੰਦੇ ਦੇ ਚਰਨਾਂ ਦੀ ਧੂੜੀ ਚੁੱਕ ਕੇ ਮਸਤਕ ਲਾ ਲਈਏ। ਹੁਣ ਵੇਖੋ ਨਾਮ ਦੀ ਵਡਿਆਈ ਤਾਂ ਹੈ ਹੀ ਨਾ। ਅਸੀਂ ਵੱਖਰੀ ਗੱਲ ਹੈ ਕਿ ਅੱਜ ਇੱਥੋਂ ਤੱਕ ਪਹੁੰਚ ਗਏ, ਅਸੀਂ ਕਹਿੰਦੇ ਕੀ ਨਾਮ ਜੀ, ਕੀ ਅੰਮ੍ਰਿਤ ਵੇਲਾ ਜੀ, ਇਹ ਗੱਲਾਂ ਅਸੀਂ ਕਰਨ ਲੱਗ ਪਏ, ਇਹਨਾਂ ਦਾ ਕੀ ਲਾਭ ਹੈ ਜੀ। ਗੁਰਮੁਖੋ ਆਪਣੀ ਜ਼ਿੰਦਗੀ ਵਿੱਚ ਜਿਨ੍ਹਾਂ ਨੇ ਕੁਝ ਖੱਟਿਆ ਕਮਾਇਆ ਹੈ, ਉਹਨਾਂ ਦੀ ਜ਼ਿੰਦਗੀ 'ਚ ਪੁੱਛ ਕੇ ਵੇਖੋ ਕਿ ਨਾਮ ਦੇ ਵਿੱਚ ਤੇ ਅੰਮ੍ਰਿਤ ਵੇਲੇ ਦੇ ਵਿੱਚ ਕਿੰਨੀਆਂ ਕੁ ਰਹਿਮਤਾਂ ਨੇ, ਕਿੰਨੀਆਂ ਕੁ ਤਾਕਤਾਂ ਨੇ। ਜਿਹੜਾ ਇਸ ਨੂੰ ਬੰਨੇ ਤੁਰ ਪੈਂਦਾ ਉਸੇ ਨੂੰ ਪਤਾ ਲੱਗ ਸਕਦਾ ਹੈ। ਦੂਜਾ ਤੇ ਕੇਵਲ ਅਸੀਂ ਕੇਵਲ ਸ਼ਬਦ ਕਹਿ ਸਕਦੇ ਹਾਂ, ਅਸੀਂ ਕੇਵਲ ਵਿਆਖਿਆ ਕਰਕੇ ਦੱਸ ਸਕਦੇ ਹਾਂ, ਪਰ ਜਿਨ੍ਹਾਂ ਨੇ ਇਸ ਨੂੰ ਮਾਣਿਆ ਹੈ ਉਹ ਚੰਗੀ ਤਰ੍ਹਾਂ ਜਾਣਦੇ ਨੇ। ਮੈਂ ਜਿਹੜੀ ਬੇਨਤੀ ਕਰਨ ਲੱਗਿਆ, ਹੁਣ ਦੋ ਸ਼ਬਦ ਤੁਹਾਡੇ ਸਾਹਮਣੇ ਰੱਖੇ। ਇੱਕ ਦੇ ਵਿੱਚ ਸੀ ਕਿ ਬੰਦੇ ਦੇ ਕੋਲੇ ਸੁੱਖ ਸਹੂਲਤਾਂ ਸਾਰੀਆਂ ਨੇ, ਅੰਮ੍ਰਿਤ ਵੇਲਾ ਤੇ ਨਾਮ ਨਹੀਂ। ਸਾਹਿਬ ਕਹਿੰਦੇ ਨੇ ਗੰਦਗੀ ਦੇ ਕੀੜੇ ਦੇ ਸਮਾਨ ਹੈ। ਦੂਜੇ ਬੰਨੇ ਬੰਦੇ ਦੇ ਕੋਲੇ ਬਾਹਰੀ ਤੌਰ ਤੇ ਕੁਝ ਵੀ ਨਹੀਂ, ਖਾਣ ਪੀਣ ਨੂੰ, ਰਹਿਣ ਨੂੰ, ਤਨ ਤੇ ਪਾਉਣ ਨੂੰ, ਪਰ ਉਹਦੇ ਕੋਲ ਇੱਕ ਚੀਜ਼ ਹੈ, ਅੰਮ੍ਰਿਤ ਵੇਲਾ ਤੇ ਨਾ ਪਰਮਾਤਮਾ ਦਾ ਨਾਮ। ਉਹ ਸਾਰੀ ਦੁਨੀਆ ਦਾ ਰਾਜਾ। ਦੋ ਹੀ ਸ਼ਬਦ ਨੇ ਜਿਹੜਾ ਦੀ ਵਿਆਖਿਆ ਕੀਤੀ, ਉਹਨੂੰ ਮੈਂ ਸ਼ਬਦ ਤੁਹਾਨੂੰ ਸਰਵਣ ਕਰਵਾ ਦਿਆਂ। ਪਹਿਲੇ ਸ਼ਬਦ ਵਿੱਚ ਸਾਹਿਬ ਜੀ ਕਹਿੰਦੇ ਨੇ ਸੁੰਦਰ ਸੇਜ ਅਨੇਕ ਸੁਖ, ਰਸ ਭੋਗਣ ਪੂਰੇ, ਗ੍ਰੇ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣਦਾ ਕਿਛ ਨਾਹੇ ਵਸੂਰੇ, ਸੋ ਪ੍ਰਭ ਚਿਤ ਨ ਆਵਈ। ਜੇ ਉਹਨੂੰ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦੀ ਯਾਦ ਨਹੀਂ ਨਾ ਆਈ ਤੇ ਵਿਸ਼ਟਾ ਕੇ ਕੀੜੇ, ਉਹ ਵਿਸ਼ਟਾ ਦਾ ਕੀੜਾ ਦੇ ਸਮਾਨ ਹੀ ਹੈ। ਕਿਉਂਕਿ ਬਿਨ ਹਰ ਨਾਮ ਨਾ ਸ਼ਾਂਤ ਹੋਏ, ਕਿਤ ਬਿਦ ਮਨ ਧੀਰੇ। ਇਸ ਮਨ ਨੂੰ ਧੀਰਜ ਕਿਵੇਂ ਮਿਲੇ? ਸ਼ਾਂਤੀ ਤਾਂ ਨਾਮ ਵਿੱਚੋਂ ਹੋਣੀ ਸੀ। ਦੂਸਰਾ ਸ਼ਬਦ ਸਾਹਿਬ ਕਹਿੰਦੇ ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਾਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇਠ ਤਨ ਰੂਪਹੀਨ ਕਿਛ ਸਾਕ ਨਾ ਸਿੰਨਾ। ਤੇ ਸਾਹਿਬ ਨੇ ਕਿਹਾ ਉਹਦੇ ਕੋਲ ਇੱਕ ਚੀਜ਼ ਹੈ, ਉਹ ਕਿਹੜੀ ਹੈ? ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਕਾ, ਉਹ ਸਾਰੀ ਭਈ ਦੁਨੀਆ ਦਾ ਰਾਜਾ ਹੈ। ਮਹਾਰਾਜ ਕਿਉਂ ਰਾਜਾ ਬਣਾ ਦਿੱਤਾ? ਕਹਿ ਲਗੇ ਹਰ ਨਾਮ ਮਨ ਭਿੰਨਾ। ਉਹਦੇ ਕੋਲੇ ਅੰਮ੍ਰਿਤ ਵੇਲੇ ਪਰਮਾਤਮਾ ਦੀ ਬੰਦਗੀ ਹੈ। ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਦਰੇ ਪ੍ਰਭ ਹੋਏ ਪਰ ਸੋ ਪ੍ਰਸੰਨਾ। ਭਈ ਜਦੋਂ ਗੁਰੂ ਪ੍ਰਸੰਨ ਹੋ ਜਾਵੇ ਤੇ ਇਹੋ ਜਿਹਾ ਦੀ ਚਰਨ ਧੂੜੀ ਕਿਤੇ ਮਿਲ ਜਾਏ, ਜਿਸ ਬਾਰੇ ਸਾਹਿਬ ਨੇ ਬਾਣੀ ਵਿੱਚ ਕਿਹਾ ਹੈ। ਸਤਿਗੁਰੂ ਕਹਿੰਦੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪਹਿ ਅਵਰੈ ਨਾਮ ਜਪਾਵੇ, ਗੁਰ ਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀਗਤ ਪਾਹੇ। ਅੱਜ ਦੇ ਸ਼ਬਦ ਵਿੱਚ ਜੋ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਕਿਰਪਾ ਕੀਤੀ, ਹੁਣ ਉਸ ਆਪਾਂ ਸ਼ਬਦ ਨੂੰ ਇੱਕ ਇੱਕ ਪੰਕਤੀ ਨੂੰ ਵਿਚਾਰਨਾ ਹੈ। ਸ਼ਬਦ ਦਾ ਭਾਵ ਇੱਕ ਵਾਰ ਫਿਰ ਸਮਝ ਲੈਣਾ। ਜੀਵ ਰੂਪੀ ਪਪੀਹੇ ਨੇ ਅੰਮ੍ਰਿਤ ਵੇਲੇ ਉੱਠ ਕੇ ਪੁਕਾਰਾਂ ਕਰਨੀਆਂ ਨੇ, ਪੁਕਾਰ ਕਰਕੇ ਪਰਮਾਤਮਾ ਦਾ ਨਾਮ ਮੰਗਣਾ ਹੈ। ਉਹ ਨਾਮ ਮੰਗਣਾ ਜਿਸ ਨਾਮ ਦੀ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਵਡਿਆਈ ਜਾਣੀ ਹੈ। ਸਤਿਗੁਰੂ ਉਦਾਹਰਨ ਜ਼ਰੂਰ ਇਸ ਬਬੀਹੇ ਦੀ ਦਿੰਦੇ ਨੇ, ਇੱਕ ਪੰਛੀ ਦੀ ਦਿੰਦੇ ਨੇ, ਪਰ ਗੱਲ ਸਾਡੀ ਕਰ ਰਹੇ ਨੇ ਗੁਰੂ ਅਮਰਦਾਸ ਮਹਾਰਾਜ ਜੀ। ਸਾਹਿਬ ਕਿਰਪਾ ਕਰਦੇ ਨੇ ਬਬੀਹਾ ਭਿੰਨੀ ਰਹਿਣ ਬੋਲਿਆ। ਭਿੰਨੀ ਰਹਿਣ ਦਾ ਮਤਲਬ ਅੰਮ੍ਰਿਤ ਵੇਲਾ।
ਸਤਿਗੁਰੂ ਕਹਿੰਦੇ ਜੀਵ ਰੂਪੀ ਪਪੀਹਾ ਅੰਮ੍ਰਿਤ ਵੇਲੇ ਬੋਲਿਆ ਹੈ, ਸਹਜੇ ਸੱਚ ਸੁਭਾਏ। ਆਤਮਿਕ ਅਡੋਲਤਾ ਚਾਹੁੰਦਾ ਹੈ, ਸੱਚ ਵਿੱਚ ਸਮਾਉਣਾ ਚਾਹੁੰਦਾ ਹੈ। ਜੀਵ ਰੂਪੀ ਪਪੀਹਾ ਅੰਮ੍ਰਿਤ ਵੇਲੇ ਬੋਲ ਕੇ ਪੁਕਾਰਾ ਕਰਦਾ ਹੈ, ਵਾਹਿਗੁਰੂ ਮੈਨੂੰ ਆਤਮਿਕ ਅਡੋਲਤਾ ਦੇ, ਵਾਹਿਗੁਰੂ ਮੈਨੂੰ ਆਪਣੇ ਸੱਚ ਵਿੱਚ ਸਮਾ ਲੈ। ਤੇ ਸਾਹਿਬ ਕਹਿੰਦੇ ਇਹ ਜਲ ਮੇਰਾ ਜੀਓ ਹੈ, ਜਲ ਬਿਨ ਰਹਿਣ ਨਾ ਜਾਏ। ਇੱਥੇ ਜਲ ਦਾ ਅਰਥ ਕਰਾਂਗੇ ਪਰਮਾਤਮਾ ਦਾ ਨਾਮ। ਜਿਵੇਂ ਉਸ ਪਪੀਹੇ ਨੇ ਕਿਹਾ ਕਿ ਮੈਂ ਜਲ ਤੋਂ ਬਿਨਾਂ ਜਿਉ ਨਹੀਂ ਸਕਦਾ, ਜੀਵ ਰੂਪੀ ਪਪੀਹਾ ਕਹਿੰਦਾ ਇਹ ਜਲ ਮੇਰਾ ਜੀਓ ਹੈ, ਮੇਰੀ ਜਿੰਦ ਜਾਨ ਹੈ ਪਰਮਾਤਮਾ ਦਾ ਨਾਮ। ਜਲ ਬਿਨ ਰਹਿਣ ਨਾ ਜਾਏ, ਮੈਂ ਇਸ ਨਾਮ ਜਲ ਤੋਂ ਬਿਨਾਂ ਨਹੀਂ ਰਹਿ ਸਕਦਾ। ਗੁਰ ਸ਼ਬਦੀ ਜਲ ਪਾਈਐ, ਪਰ ਮਿਲੇ ਕਿੱਥੋਂ? ਗੁਰੂ ਦੇ ਸ਼ਬਦ ਦੁਆਰਾ। ਅੰਤਰ ਕੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਏ ਪਨਹਾਰੀ। ਭਈ ਅੰਮ੍ਰਿਤ ਵੇਲੇ ਜਿਵੇਂ 40 ਮੁਕਤਿਆਂ ਦੀ ਯਾਦ ਵਿੱਚ ਸੰਗਤਾਂ ਅੰਮ੍ਰਿਤ ਵੇਲੇ ਆਉਂਦੀਆਂ ਨੇ, ਅੰਦਰ ਦਾ ਬੜਿਆ ਹੋਇਆ ਜਿਹੜਾ ਨਾਮ ਦਾ ਖੂਹ ਹੈ ਪਰਮਾਤਮਾ ਨੇ ਸਭ ਦੇ ਅੰਦਰ ਰੱਖਿਆ, ਅੰਮ੍ਰਿਤ ਵੇਲੇ ਸ਼ਬਦ ਦੁਆਰਾ ਉਹਨੂੰ ਛਕਦੀਆਂ ਨੇ ਸੰਗਤਾਂ। ਸਾਹਿਬ ਕਹਿੰਦੇ ਗੁਰ ਸ਼ਬਦੀ ਜਲ ਪਾਈਐ, ਗੁਰੂ ਦੇ ਸ਼ਬਦ ਰਾਹੀਂ ਭਈ ਉਹ ਨਾਮ ਜਲ ਮਿਲਦਾ ਹੈ। ਵਿੱਚੋਂ ਆਪ ਗਵਾਏ, ਪਰ ਆਪਾ ਭਾਵ ਗਵਾ ਕੇ, ਆਪਣੀ ਹਉਮੈ ਮਿਟਾ ਕੇ ਸਤਿਗੁਰੂ ਮਹਾਰਾਜ ਕਹਿੰਦੇ ਫਿਰ ਉਹ ਨਾਮ ਜਲ ਦੀ ਪ੍ਰਾਪਤੀ ਹੋ ਜਾਂਦੀ ਹੈ। ਨਾਨਕ ਜਿਸ ਬਿਨ ਚਸਾ ਨਾ ਜੀਵ ਦੀ, ਸੋ ਸਤਿਗੁਰ ਦੀਆ ਮਿਲਾਏ। ਜਿਹਦੇ ਬਿਨਾਂ ਇੱਕ ਘੜੀ ਵੀ ਗੁਜ਼ਾਰਾ ਨਹੀਂ ਹੁੰਦਾ, ਮੇਰੇ ਗੁਰੂ ਨੇ ਮੈਨੂੰ ਉਹ ਪ੍ਰਭੂ ਮਿਲਾ ਦਿੱਤਾ ਹੈ। ਜਿਸ ਬਾਰੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਜਦੋਂ ਪ੍ਰਭੂ ਪਰਮਾਤਮਾ ਦੀ ਲੋਚਾ ਲੱਗ ਜਾਂਦੀ ਹੈ, ਫਿਰ ਸਾਹਿਬ ਜੀ ਕਹਿੰਦੇ ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ, ਹੁਣ ਕਦ ਮਿਲੀਏ ਪ੍ਰਿਯ ਤੁਧ ਭਗਵੰਤਾ। ਮੋਹਿ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਸਾਹਿਬ ਜੀ ਕਹਿੰਦੇ ਨੇ ਭਈ ਗੁਰੂ ਨੇ ਕਿਰਪਾ ਕਰਤੀ, ਜਿਸ ਤੋਂ ਬਿਨਾਂ ਜੀਵਨ ਹੀ ਨਹੀਂ, ਜਿਸ ਤੋਂ ਬਿਨਾਂ ਜੀਵਿਆ ਨਹੀਂ ਜਾ ਸਕਦਾ ਨਾਮ ਤੋਂ ਬਿਨਾਂ, ਉਹ ਨਾਮ ਗੁਰੂ ਨੇ ਕਿਰਪਾ ਕਰਕੇ ਦਾਤ ਝੋਲੀ ਵਿੱਚ ਪਾ ਦਿੱਤੀ। ਅੱਜ ਦੇ ਸ਼ਬਦ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਕਿ ਅਸੀਂ ਜੀਵ ਰੂਪੀ ਪਪੀਹੇ ਪ੍ਰਭੂ ਦੇ ਦਰ ਤੇ ਪੁਕਾਰਾਂ ਕਰਕੇ ਨਾਮ ਦੀ ਦਾਤ ਪਰਮਾਤਮਾ ਕੋਲੋਂ ਮੰਗੀਏ, ਜਿਸ ਨਾਮ ਨੇ ਸਾਡਾ ਲੋਕ ਸਵਾਰ ਦੇਣਾ ਹੈ, ਪਰਲੋਕ ਸਵਾਰ ਦੇਣਾ ਹੈ। ਗੁਰੂ ਕਿਰਪਾ ਕਰੇ ਅਸੀਂ ਸਾਰੇ ਹੀ ਅੰਮ੍ਰਿਤ ਵੇਲੇ ਸੰਗਤਾਂ ਹਾਜ਼ਰੀ ਭਰਦੀਆਂ ਨੇ, ਜਿਹੜੇ ਨਹੀਂ ਆਉਂਦੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਅੰਮ੍ਰਿਤ ਵੇਲੇ ਆਪ ਜੀ 5 ਤੋਂ 6 ਵਾਹਿਗੁਰੂ ਗੁਰਮੰਤਰ ਦੇ ਜਾਪ ਹੁੰਦੇ ਨੇ, ਜ਼ਰੂਰ ਸੰਗਤਾਂ ਹਾਜ਼ਰੀ ਭਰਿਆ ਕਰੋ, ਤਾਂ ਕਿ ਸੰਗਤ ਵਿੱਚ ਬੈਠ ਕੇ ਪ੍ਰਭੂ ਪਰਮਾਤਮਾ ਦੇ ਨਾਮ ਦੀ ਵਡਿਆਈ, ਉਹਦੀ ਸਿਫਤ ਕਰਦਿਆਂ ਅਸੀਂ ਵੀ ਉਸ ਦਾਤ ਨੂੰ ਪ੍ਰਾਪਤ ਕਰ ਲਈਏ, ਜਿਸ ਬਾਰੇ ਅੱਜ ਦੇ ਸ਼ਬਦ ਵਿੱਚ ਗੁਰੂ ਸਾਹਿਬ ਨੇ ਸਾਨੂੰ ਪ੍ਰੇਰਨਾ ਕੀਤੀ ਹੈ। ਸ਼ਬਦ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਟੁੱਟਾਂ ਹੋ ਗਈਆਂ। ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣ ਯੋਗ ਹੈ, ਭੁੱਲ ਚੁੱਕ ਦੀ ਖਿਮਾ। ਅਗਾਂਹ ਵਾਸਤੇ ਸਤਿਗੁਰੂ ਸਮਤ ਬਖਸ਼ਿਸ਼ ਕਰਨ। ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ